स्टूडेंट्स एक बार फिर तो तुहाडा सारिਆਂ ਦਾ ਸਵਾਗਤ ਹੈ शिक्षा FM ਦੇ ਆਨਲਾਈਨ ਪਲੇਟਫਾਰਮ ਤੇ। ਜਿਵੇਂ ਕਿ ਆਪਾਂ ਸੰਵਿਧਾਨ ਦੇ MCQ ਦੀ ਸੀਰੀਜ਼ ਸ਼ੁਰੂ ਕੀਤੀ ਸੀ, ਉਹਦੇ ਵਿੱਚ ਅੱਜ ਆਪਣਾ ਜਿਹੜਾ ਦਿਨ ਦੂਜਾ, ਇਹਦੇ ਵਿੱਚ ਆਪਾਂ ਸੰਵਿਧਾਨ ਦੇ ਰਿਲੇਟਡ MCQ ਕਰਾਂਗੇ ਤੇ ਮੈਂ ਮੇਰੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ ਤੁਹਾਨੂੰ ਹਰ ਇੱਕ ਆਪਸ਼ਨ ਦਾ ਐਕਸਪਲੇਨ ਕਰਨ ਦਾ। ਠੀਕ ਹੈ ਜੀ। ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਉਹ ਆਪਣੇ ਚੈਨਲ ਨੂੰ ज्वाइन कर लो ਤੇ ਆਪਣੇ ਦੋਸਤਾਂ ਦੇ ਨਾਲ शेयर कर दो। हाँ जी, ਅੱਜ ਦਾ ਆਪਣਾ ਪਹਿਲਾ क्वेश्चन, ईस्ट इंडिया कंपनी ਦਾ शासन कदों होया सीगा? ईस्ट इंडिया कंपनी ਦਾ शासन कदों खत्म होया सीगा? ਤਾਂ ਤੁਹਾਨੂੰ ਮੈਂ ਸਮਝਾਇਆ ਸੀ ਜਦੋਂ ਆਪਾਂ ਪਹਿਲੇ ਦਿਨ ਸੰਵਿਧਾਨ ਸਭਾ ਦਾ ਇਤਿਹਾਸ ਪੜਿਆ ਸੀਗਾ ਕਿ जो ईस्ट इंडिया कंपनी ਦਾ शासन ਸੀਗਾ ਉਹ 1857 ਦੇ ਵਿਦਰੋਹ ਤੋਂ ਬਾਅਦ ਬ੍ਰਿਟਿਸ਼ ਸੰਸਦ ਦੇ ਅਧੀਨ ਹੋ ਗਿਆ ਸੀਗਾ, ਕਰਾਉਣ ਦੇ। ਤੇ ਇਹਦੇ ਵਿੱਚ ਜੋ ਆਪਣੇ ਕੋਲੇ ਆਪਸ਼ਨ ਨੇ 1833, 1853, 1858 ਤੇ 1935। ਹਾਂਜੀ, ਰਾਈਟ ਆਨਸਰ ਦੱਸੋ ਜੀ। 1858, ਵੈਰੀ ਗੁੱਡ, ਸ਼ਾਬਾਸ਼। ਕਿਹੜੇ ਐਕਟ ਦੇ ਤਹਿਤ? 1858 ਦੇ ਤਹਿਤ। 1858 ਦੇ ਵਿੱਚ ਕੀ ਸੀਗਾ? ਈਸਟ ਇੰਡੀਆ ਕੰਪਨੀ ਦਾ ਸ਼ਾਸਨ ਖਤਮ ਹੋ ਗਿਆ ਸੀਗਾ, ਬ੍ਰਿਟਿਸ਼ ਸੰਸਦ ਦੇ ਅਧੀਨ ਹੋ ਗਿਆ ਸੀਗਾ। ਠੀਕ ਹੈ ਜੀ। ਤੇ ਹੁਣ ਆਪਾਂ ਚੱਲਦੇ ਆ ਆਪਣੇ ਸੈਕੰਡ ਕੁਐਸਚਨ ਤੇ। ਹੇਠ ਦਿੱਤਿਆਂ ਵਿੱਚੋਂ ਗਵਰਨਮੈਂਟ ਆਫ ਇੰਡੀਆ ਐਕਟ 1858, ਠੀਕ ਹੈ ਜੀ, 1858 ਬਾਰੇ ਕਿਹੜਾ ਕਥਨ ਸਹੀ ਹੈ? ਈਸਟ ਇੰਡੀਆ ਕੰਪਨੀ ਦਾ ਸ਼ਾਸਨ ਖਤਮ ਹੋ ਗਿਆ, ਇਹ ਤਾਂ ਸਹੀ ਹੈ ਜੀ। ਕੋਰਟ ਆਫ ਡਾਇਰੈਕਟਰ, ऑफ डायरेक्टर्स एंड बोर्ड ऑफ कंट्रोल ਨੂੰ ਰੱਦ ਕਰਨਾ, ਇਹ ਵੀ ਸਹੀ ਹੈ ਜੀ। ਸੈਕਟਰੀ ਆਫ ਸਟੇਟ ਅਤੇ ਕਾਉਂਸਲ ਨੂੰ ਭਾਰਤ ਸੰਬੰਧੀ ਸਾਰੇ ਅਧਿਕਾਰ ਦੇਣੇ, ਠੀਕ ਹੈ ਜੀ, ਇਹ ਵੀ। ਹਾਂਜੀ, ਤੇ ਇਹਦੇ ਵਿੱਚ ਫਿਰ ਆਪਣਾ ਆਪਸ਼ਨ ਕੀ ਬਣੂਗਾ? ਉਪਰੋਕਤ ਸਾਰੇ, ਠੀਕ ਹੈ ਜੀ। ਹਾਂਜੀ, ਈਸਟ ਇੰਡੀਆ ਕੰਪਨੀ ਦਾ ਸ਼ਾਸਨ ਕਾਲ ਕਦੋਂ ਤੋਂ ਕਦੋਂ ਤੱਕ ਰਿਹਾ? ਇਹਦੇ ਵਿੱਚ ਪੁੱਛਿਆ ਗਿਆ ਵੀ ਜੋ ਈਸਟ ਇੰਡੀਆ ਕੰਪਨੀ ਦਾ ਸ਼ਾਸਨ ਸੀਗਾ ਉਹ ਕਦੋਂ ਤੋਂ ਕਦੋਂ ਤੱਕ ਹੋਇਆ ਸੀਗਾ। ਦੇਖੋ ਜੀ, ਆਪਾਂ ਪੜਿਆ ਸੀ ਸਭ ਤੋਂ ਪਹਿਲਾਂ 1773 ਦਾ ਰੈਗੂਲੇਟਿੰਗ ਐਕਟ। ਇਹਦੇ ਬਾਰੇ ਤੁਹਾਨੂੰ ਦੱਸਿਆ ਸੀਗਾ ਚੀਜ਼ਾਂ ਨੂੰ ਰੈਗੂਲੇਟ ਕਰਨਾ, ਨਿਯਮਿਤ ਕਰਨਾ। ਇਹਦੇ ਵਿੱਚ ਆਪਾਂ ਦੇਖਿਆ ਸੀਗਾ ਵੀ 15 ਸਾਲ ਤੋਂ ਜਿਹੜੇ ਕੰਪਨੀ ਦੇ ਅਧਿਕਾਰ ਸੀਗੇ ਕਿੰਨੇ ਸਾਲਾਂ ਲਈ ਕਰਤੇ ਸੀ? 20 ਸਾਲਾਂ ਬਾਅਦ। ਹਰ 20 ਸਾਲਾਂ ਦੇ ਬਾਅਦ 73 ਤੋਂ ਬਾਅਦ ਆਪਾਂ ਸਮਝਿਆ ਸੀ 1793, 1793, 1813, 1833, ਠੀਕ ਹੈ। ਤੇ 1853 ਵਾਲੇ ਦੇ ਵਿੱਚ ਅੱਗੇ ਕੁਝ ਵੀ ਨਹੀਂ ਲਿਖਿਆ ਹੋਇਆ ਸੀਗਾ। ਤੇ ਇਹ ਸੀਗਾ ਕਿ 1858 ਦੇ ਵਿੱਚ ਤਾਂ ਬ੍ਰਿਟਿਸ਼ ਸੰਸਦ ਦੇ ਅਧੀਨ ਹੋ ਗਿਆ ਸੀਗਾ ਤੇ ਇਹ ਕਿੱਥੋਂ ਤੱਕ ਰਿਹਾ ਸੀਗਾ? 1773 ਤੋਂ 1857 ਤੱਕ। ਆਪਸ਼ਨ ਏ ਇਹਦੇ ਵਿੱਚ ਬਿਲਕੁਲ ਰਾਈਟ ਆਨਸਰ ਹੈ, ਠੀਕ ਹੈ ਜੀ। ਹਾਂਜੀ, ਹੁਣ ਇਹ ਆਪਣਾ ਕੀ ਆ? ਸਿੱਖਿਆ FM ਦਾ ਐਪ, ਜਿਹਦੇ ਤੇ ਆਪਣੇ PTI, PSTET, ਮਾਸਟਰ ਕੈਡਰ ਤੇ ਲਾਇਬ੍ਰੇਰੀ ਦੇ ਆਨਲਾਈਨ ਬੈਚ ਚੱਲ ਰਹੇ ਨੇ, ਪੇਡ ਬੈਚਿਜ। ਜਿਨ੍ਹਾਂ ਨੇ ਪੇਡ ਬੈਚ ਲੈਣਾ ਚਾਹੁੰਦੇ ਨੇ ਤੇ ਉਹ ਆਪਣੇ ਸਿੱਖਿਆ FM ਐਪ ਨੂੰ ਡਾਊਨਲੋਡ ਕਰ ਲਓ ਤੇ ਇਹਦੇ ਤੇ ਤੁਹਾਨੂੰ ਇਹ ਸਾਰੇ ਜੋ ਕੋਰਸ ਮੈਂਸ਼ਨ ਕੀਤੇ ਗਏ ਨੇ ਉਪਲਬਧ ਨੇ, ਠੀਕ ਹੈ ਜੀ। ਭਾਰਤੀ ਗਵਰਨਰ ਜਨਰਲ ਨੂੰ ਵਾਇਸਰਾਏ ਦਾ ਖਿਤਾਬ ਕਿਸ ਐਕਟ ਰਾਹੀਂ ਦਿੱਤਾ ਗਿਆ ਸੀ? ਇਹ ਆਪਾਂ ਸਮਝਿਆ ਸੀਗਾ ਕਿ ਪਹਿਲਾਂ ਤਾਂ ਕੱਲਾ ਗਵਰਨਰ ਸੀਗਾ, ਗਵਰਨਰ ਤੋਂ ਬਾਅਦ ਗਵਰਨਰ ਜਨਰਲ ਬਣ ਗਿਆ ਸੀਗਾ ਤੇ 1857 ਦੀ ਕ੍ਰਾਂਤੀ ਤੋਂ ਬਾਅਦ 1858 ਵਿੱਚ ਗਵਰਨਰ ਜਨਰਲ ਦੇ ਨਾਮ ਦੇ ਨਾਲ ਇੱਕ ਨਵਾਂ ਨਾਮ ਜੋੜਤਾ, ਵਾਇਸਰਾਏ ਦਾ, ਠੀਕ ਹੈ ਜੀ। ਉਹ ਪੁੱਛਿਆ ਗਿਆ ਹੈ ਵੀ ਖਿਤਾਬ ਕਿਸ ਐਕਟ ਰਾਹੀਂ ਦਿੱਤਾ ਗਿਆ ਸੀਗਾ? ਤਾਂ ਗਵਰਨਮੈਂਟ ਆਫ ਇੰਡੀਆ ਐਕਟ 1858 ਦੇ ਰਾਹੀਂ। ਕਿਹੜੇ ਐਕਟ ਦੇ ਰਾਹੀਂ? ਗਵਰਨਮੈਂਟ ਆਫ ਇੰਡੀਆ ਐਕਟ 1858 ਦੇ ਰਾਹੀਂ ਇਹ ਖਿਤਾਬ ਦਿੱਤਾ ਗਿਆ ਸੀਗਾ। ਇਹ ਆਪਾਂ ਸਾਰਾ ਸਮਝਿਆ ਸੀਗਾ ਕਿ ਦੇਖੋ 1757 ਦੇ ਵਿੱਚ ਪਲਾਸੀ ਦੀ ਲੜਾਈ ਵਿੱਚ ਕੀ ਬਣਿਆ? ਬੰਗਾਲ ਦਾ ਗਵਰਨਰ। ਕੀ ਬਣਿਆ ਸੀਗਾ? ਬੰਗਾਲ ਦਾ ਗਵਰਨਰ, ਠੀਕ ਹੈ ਜੀ। ਇਹ ਬੰਗਾਲ ਦਾ ਗਵਰਨਰ ਹੋ ਗਿਆ। 1773 ਦੇ ਵਿੱਚ ਆਪਾਂ ਸਮਝਿਆ ਸੀਗਾ ਕਿ 1773 ਦੇ ਵਿੱਚ ਇਹ ਬੰਗਾਲ ਦਾ ਹੀ ਕੀ ਬਣ ਗਿਆ ਸੀ? ਗਵਰਨਰ ਤੇ ਜਨਰਲ,
ठीक है, ਇਹਦੇ ਬਾਰੇ ਆਪਾਂ ਗੱਲ ਕੀਤੀ ਸੀ ਕਿ ਵਾਰਨ ਹੈਸਟਿੰਗ ਪਹਿਲਾ ਸੀਗਾ। ਫਿਰ ਆਪਾਂ ਫੜਿਆ ਕਿ 1828 ਦੇ ਵਿੱਚ ਲਾਰਡ ਵਿਲੀਅਮ ਬੈਟਿੰਗ ਪੂਰੇ ਭਾਰਤ ਦਾ ਗਵਰਨਰ ਜਨਰਲ ਬਣ ਗਿਆ ਤੇ ਲਾਰਡ ਕੈਨਿੰਗ 1857 ਦੀ ਕ੍ਰਾਂਤੀ ਸਮੇਂ ਕੀ ਸੀ, ਅੰਤਿਮ ਗਵਰਨਰ ਜਨਰਲ ਸੀ ਭਾਰਤ ਦਾ। ਉਹ ਕੀ ਬਣ ਗਿਆ ਸੀਗਾ, ਗਵਰਨਰ ਜਨਰਲ ਤੇ ਵਾਇਸਰਾਏ ਬਣ ਗਿਆ ਸੀਗਾ। ਠੀਕ ਹੈ ਜੀ, ਇਹਦੇ ਵਿੱਚ ਹੁਣ ਆਪਣਾ ਰਾਈਟ ਆਨਸਰ ਕੀ ਹੋਊਗਾ, ਬੀ ਆਪਸ਼ਨ। ਠੀਕ ਹੈ ਜੀ, ਹਾਂਜੀ ਵਧਦੇ ਹਾਂ ਨੈਕਸਟ ਕੁਐਸਚਨ ਵੱਲ। ਹਾਂਜੀ, ਜਿਹੜੇ ਆਪਣੇ WhatsApp ਦੇ ਗਰੁੱਪ 'ਚ ਐਡ ਨਹੀਂ ਹੈ ਉਹ ਆਪਣਾ ਨਾਮ, ਮੋਬਾਈਲ ਨੰਬਰ, ਐਗਜ਼ਾਮ, ਸਿਟੀ ਤੇ ਇਹਨਾਂ ਨੰਬਰਾਂ ਤੇ ਤੁਸੀਂ WhatsApp ਕਰ ਦਿਓ, ਜਿਹਦੇ ਵਿੱਚ ਆਪਣੀ ਹਰ ਇੱਕ ਕਲਾਸ ਦੀਆਂ PDF ਫ੍ਰੀ ਪ੍ਰੋਵਾਈਡ ਕਰਵਾਈਆਂ ਜਾਂਦੀਆਂ, ਜੋ ਵੀ MCQ ਦੀ ਕਲਾਸ ਹੁੰਦੀ ਹੈ। ਤਾਂ ਇਹਨਾਂ ਨੰਬਰਾਂ ਤੇ ਤੁਸੀਂ ਇਹ ਸਾਰਾ ਕੁਝ ਲਿਖ ਕੇ WhatsApp ਕਰ ਦਿਓ। ਹਾਂਜੀ, इंडियन काउंसिल एक्ट 1861 किस भारतीय वायसराय ਦੇ ਸਮੇਂ ਲਾਗੂ ਹੋਇਆ? ਤੁਹਾਨੂੰ ਮੈਂ ਦੱਸਿਆ ਸੀਗਾ ਕਿ 1852 ਦੇ ਵਿੱਚ ਪਹਿਲਾ, 1858 ਤੋਂ ਬਾਅਦ 1861, 1861 ਤੋਂ ਬਾਅਦ ਆਪਣੇ 1892, ਉਸ ਤੋਂ ਬਾਅਦ 1909 ਜਿਹਦੇ ਵਿੱਚ ਪਹਿਲੀ ਵਾਰ ਸੰਪਰਦਾਇਕ ਚੁਣਾਵ ਹੋਏ, 1919 ਜਿਹਨੂੰ ਚੈਮਸਫੋਰਡ ਅਧਿਨਿਯਮ ਵੀ ਕਹਿੰਦੇ ਆ, ਉਸ ਤੋਂ ਬਾਅਦ 1935 ਭਾਰਤ ਸਰਕਾਰ ਅਧਿਨਿਯਮ, ਉਸ ਤੋਂ ਬਾਅਦ 1947 ਜਿਹਨੂੰ ਸੁਤੰਤਰਤਾ ਅਧਿਨਿਯਮ ਵੀ ਬੋਲਦੇ ਆ 1947। ਇਹ ਸਾਰੇ ਕੀ ਸੀਗੇ, ਇਹ ਸੀਗੇ ਆਪਣੇ ਇੰਡੀਅਨ ਕਾਉਂਸਲ ਐਕਟ। ਤੇ ਚਾਰਟਰ ਐਕਟ ਕਿਹੜੇ ਸੀਗੇ, ਉਹ ਸੀਗੇ 1773, 1793, 1813, 1833 ਤੇ 1853। ਇਹ ਕੀ ਸੀਗੇ, ਚਾਰਟਰ ਐਕਟ ਅਧਿਕਾਰ ਪੱਤਰ। ਠੀਕ ਹੈ ਜੀ, ਤੇ ਇਹ ਕੀ ਸੀਗੇ, ਇੰਡੀਅਨ ਕਾਉਂਸਲ ਐਕਟ। ਇਹ ਬਣੇ ਆ ਸਾਰੇ ਜਦੋਂ ਬ੍ਰਿਟਿਸ਼ ਸੰਸਦ ਦੇ ਅਧੀਨ ਆਪਣਾ ਸ਼ਾਸਨ ਹੋ ਗਿਆ ਸੀਗਾ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਇਹਨਾਂ ਨੇ ਕੁਐਸਚਨ ਕੀ ਪੁੱਛਿਆ ਕਿ ਇੰਡੀਅਨ ਕਾਉਂਸਲ ਐਕਟ 1861 ਕਿਸ ਭਾਰਤੀ ਵਾਇਸਰਾਏ ਦੇ ਸਮੇਂ ਲਾਗੂ ਹੋਇਆ ਸੀਗਾ। ਤਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਕੈਨਿੰਗ ਅੰਤਿਮ ਆਪਣਾ ਗਵਰਨਰ ਜਨਰਲ ਹੁੰਦਾ, ਜਿਹੜਾ ਕਿ 58 ਦੇ ਵਿੱਚ ਭਾਰਤ ਦਾ ਪਹਿਲਾ ਵਾਇਸਰਾਏ ਬਣ ਗਿਆ ਸੀ। ਠੀਕ ਹੈ, ਇੱਕ ਮਾੜੀ ਜਿਹੀ ਹਿਸਟਰੀ ਦੀ ਗੱਲ ਦੱਸਦਾ ਵੀ ਆਪਾਂ ਨੂੰ ਪੁੱਛਿਆ ਜਾਂਦਾ ਹੈ ਕਿ 1857 ਦੇ ਵਿਦਰੋਹ ਸਮੇਂ, 1857 ਦੀ ਕ੍ਰਾਂਤੀ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ, ਲਾਰਡ ਡਲਹੌਜੀ ਸੀਗਾ। ਕਿਹਾ ਜਾਂਦਾ ਹੈ ਕਿ 1857 ਦੇ ਵਿਦਰੋਹ ਦੀ ਜੋ ਚੰਗਾਰੀ ਸੀਗੀ ਉਹ ਲਗਾ ਕੇ ਤਾਂ ਡਲਹੌਜੀ ਗਿਆ ਸੀ, ਪਰ ਆ ਕੇ ਕਿੰਨੇ, ਕੈਨਿੰਗ ਨੇ ਬਜਾਈ ਸੀਗੀ। ਡਲਹੌਜੀ ਦੇ ਜਾਣ ਤੋਂ ਬਾਅਦ ਜੋ ਗਵਰਨਰ ਜਨਰਲ ਸੀ 57 ਦੇ ਵਿੱਚ ਕੈਨਿੰਗ ਸੀਗਾ, ਤੇ ਇਸੇ ਨੂੰ ਭਾਰਤ ਦਾ ਪਹਿਲਾ ਗਵਰਨਰ ਜਨਰਲ ਅਤੇ ਵਾਇਸਰਾਏ ਬਣਾ ਦਿੱਤਾ ਗਿਆ ਸੀ। ਤਾਂ ਆਪਸ਼ਨ ਕੀ ਆਊਗਾ, ਲਾਰਡ ਕੈਨਿੰਗ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਲਾਰਡ ਲਿਟਨ ਤੇ ਲਾਰਡ ਰਿੰਪਨ, ਜਿਹਨੂੰ ਆਪਣੇ ਕੀ ਆ ਪੰਚਾਇਤੀ ਰਾਜ ਜਦੋਂ ਆਪਾਂ ਪੜਾਂਗੇ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਲਾਰਡ ਰਿੰਪਨ ਪਹਿਲਾ ਵਿਅਕਤੀ ਸੀਗਾ ਜਿਨੇ ਸਥਾਨੀ ਸਵੈ ਸ਼ਾਸਨ ਦੀ ਸ਼ੁਰੂਆਤ ਕੀਤੀ ਸੀ ਲਾਰਡ। ਤੇ ਲਾਰਡ ਡਲਹੌਜੀ ਜੋ 1856 ਦੀ ਵਿੱਚ ਕਿਹਾ ਜਾਂਦਾ ਵੀ ਕ੍ਰਾਂਤੀ ਦੀ ਚੰਗਿਆਰੀ ਇਸ ਵਿਅਕਤੀ ਨੇ ਸ਼ੁਰੂ ਕੀਤੀ ਸੀ। ਤੇ ਲਾਰਡ ਡਲਹੌਜੀ 1848 ਦੇ ਵਿੱਚ ਭਾਰਤ ਦਾ ਗਵਰਨਰ ਜਨਰਲ ਬਣਿਆ ਸੀਗਾ, ਜੋ 29 ਮਾਰਚ 1848 ਨੂੰ 1849 ਨੂੰ ਪੰਜਾਬ ਨੂੰ ਅੰਗਰੇਜ਼ਾਂ ਨੇ ਆਪਦੇ ਅਧੀਨ ਕੀਤਾ ਸੀ, ਤਾਂ ਲਾਰਡ ਡਲਹੌਜੀ ਦੇ ਅਧੀਨ ਕੀਤਾ ਸੀਗਾ। ਲੈਪਸ ਨੀਤੀ, ਗੋਦ ਨਿਸ਼ੇਧ ਨੀਤੀ ਜਿਹਨੂੰ ਬੋਲਦੇ ਆ ਕਿ ਜਿਹਦੇ ਔਲਾਦ ਨਹੀਂ ਉਹਦਾ ਰਾਜ ਹੈ ਅੰਗਰੇਜ਼ੀ ਸ਼ਾਸਨ 'ਚ ਮਿਲਾ ਲਿਆ ਜਾਊਗਾ, ਲਾਰਡ ਡਲਹੌਜੀ ਸੀ। 1848 ਦੇ ਵਿੱਚ ਬਹੁਤ ਵਾਰੀ ਪੁੱਛਿਆ ਗਿਆ ਲੈਪਸ ਦਾ ਸ਼ਿਕਾਰ ਕਿਹੜਾ ਮੰਨ ਲਓ ਪ੍ਰਾਂਤ ਹੋਇਆ, ਤਾਂ ਉਹ ਸੀ ਸਤਾਰਾ। ਸਤਾਰਾ ਮਤਲਬ ਇਹਨਾਂ ਦੇ ਪੁੱਤਰ ਨਹੀਂ ਸੀਗਾ, ਤਾਂ ਇਹ 1848 ਦੇ ਵਿੱਚ 17 ਨੂੰ ਇਹਨਾਂ ਨੇ ਅਧੀਨ ਕਰ ਲਿਆ ਸੀ। ਉਸ ਤੋਂ ਬਾਅਦ 1850 ਜੈਤਪੁਰ, 1852, 1853, 1854 ਨਾਗਪੁਰ। ਠੀਕ ਹੈ ਜੀ, ਤੇ ਇਹਨਾਂ ਨੇ ਫਿਰ ਇੱਕ 1856 ਦਾ ਯਾਦ ਰੱਖਿਆ ਜੇ ਕਿ 1858 ਵਿੱਚ ਤਾਂ ਇਹਨਾਂ ਨੇ ਵਾजिद अली शाह शासक ਸੀ ਅਵਧ ਦਾ, ਉਹਦੇ ਤੇ ਕੀ ਹੈ ਕਰੂ ਪ੍ਰਸ਼ਾਸਨ ਕਿ ਤੇਰਾ ਸ਼ਾਸਨ ਸਹੀ ਢੰਗ ਨਾਲ ਨਹੀਂ ਚੱਲ ਰਿਹਾ, ਆਰੋਪ ਲਗਾ ਕੇ ਅਵਧ ਨੂੰ ਆਪਣੇ ਰਾਜ ਦੇ ਵਿੱਚ ਮਿਲਾ ਲਿਆ ਸੀਗਾ। ਠੀਕ ਹੈ ਜੀ,
ਇਹ ਸਾਰੀਆਂ ਗੱਲਾਂ ਲਾਰਡ ਡਲਹੌਜੀ ਦੇ ਸਮੇਂ ਹੋਈਆਂ ਸੀ। 16 ਅਪ੍ਰੈਲ 1853 ਨੂੰ ਪਹਿਲੀ ਵਾਰ ਭਾਰਤ ਦੇ ਵਿੱਚ ਰੇਲਵੇ ਲਾਈਨ, ਪਹਿਲੀ ਵਾਰ ਰੇਲ ਗੱਡੀ ਚੱਲੀ ਸੀ ਕਿਹਦੇ ਟਾਈਮ? ਲਾਰਡ ਡਲਹੌਜੀ ਦੇ ਟਾਈਮ ਚੱਲੀ ਸੀ। ਮੁੰਬਈ ਤੋਂ ਥਾਣੇ ਤੱਕ 34 ਕਿਲੋਮੀਟਰ ਦਾ ਉਸ ਗੱਡੀ ਨੇ ਸਫ਼ਰ ਕੀਤਾ ਸੀ, ਜਿਹਦਾ ਨਾਮ ਸੀ ਬਲੈਕ ਬਿਊਟੀ। ਕੋਲਿਆਂ ਤੇ ਚੱਲਣ ਵਾਲੀ ਗੱਡੀ ਸੀ। ਠੀਕ ਹੈ ਜੀ। ਇਹ ਕਿਹਦੇ ਟਾਈਮ? ਲਾਰਡ ਡਲਹੌਜੀ ਦੇ ਟਾਈਮ। ਤਾਂ ਉਸ ਤੋਂ ਬਾਅਦ ਇਹ ਆਪਣਾ ਨੈਕਸਟ ਕੁਐਸਚਨ ਹੈ ਕਿ 1899 ਤੋਂ 1905 ਤੱਕ ਭਾਰਤ ਦਾ ਗਵਰਨਰ ਜਨਰਲ ਅਤੇ ਵਾਇਸਰਾਏ, ਇਹ ਨਾਂ ਲਿਖਿਆ, ਕੌਣ ਸੀ? ਲਾਰਡ ਰਿਪਨ, ਲਾਰਡ ਡਫਰਿਨ, ਲਾਰਡ ਲਿਟਨ, ਲਾਰਡ ਕਰਜ਼ਨ। ਹਾਂਜੀ ਦੱਸੋ ਜੀ। ਇਹ ਸੀਗਾ ਜੀ ਆਪਣੇ ਲਾਰਡ ਕਰਜ਼ਨ। ਲਾਰਡ ਕਰਜ਼ਨ ਜਿਹਦੇ ਸਮੇਂ 1905 ਵਿੱਚ ਕੀ ਹੋਇਆ ਸੀ? ਬੰਗਾਲ ਵਿਭਾਜਨ। ਕੀ ਹੋਇਆ ਸੀ? ਬੰਗਾਲ ਵਿਭਾਜਨ ਹੋਇਆ ਸੀਗਾ। ਤੇ ਇਹਦੇ ਸਮੇਂ ਵਿੱਚ ਹੀ ਅਗਰ ਆਪਾਂ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਰੇਲਵੇ ਦਾ ਵਿਸਤਾਰ ਹੋਇਆ ਸੀ। ਤੇ ਇਹਦੇ ਸਮੇਂ ਵਿੱਚ ਹੀ ਜੋ 1861 ਵਿੱਚ ਅਲੈਗਜ਼ੈਂਡਰ ਕਨਿੰਗਮ ਨੇ ਪੁਰਾਤਤਵਿਕ ਵਿਭਾਗ ਦੀ ਸਥਾਪਨਾ ਕੀਤੀ ਸੀਗੀ ਨਾ, ਤੇ ਇਹਨੇ ਨਾਲ ਇੱਕ ਨਾਮ ਜੋੜਤਾ ਸੀਗਾ ਪੁਰਾਤਤਵਿਕ ਐਂਡ ਸਰਵੇਖਣ ਵਿਭਾਗ ਦੀ ਸਥਾਪਨਾ 1901 ਦੇ ਵਿੱਚ ਲਾਰਡ ਕਰਜ਼ਨ ਦੁਆਰਾ ਕੀਤੀ ਗਈ ਸੀ ਕਿ ਜਿੰਨੇ ਵੀ ਭਾਰਤ ਦੇ ਪੁਰਾਣੇ ਸਥਾਨ ਨੇ, ਸਥਲ ਨੇ, ਕਿਲੇ ਨੇ, ਉਹਨਾਂ ਦੀ ਖੁਦਾਈ ਕੀਤੀ ਜਾਵੇ ਤੇ ਚੀਜ਼ਾਂ ਦਾ ਪਤਾ ਲਗਾਇਆ ਜਾਵੇ। ਇਹਦੇ ਪਹਿਲੇ ਨਿਰਦੇਸ਼ਕ ਸਰ ਜੌਨ ਮਾਰਸ਼ਲ ਸਨ, ਜਿਨ੍ਹਾਂ ਦੇ ਅਧੀਨ ਆਪਣੇ ਦਿਆਰਾਮ ਸਾਹਨੀ ਤੇ ਆਰ.ਡੀ. ਬੈਨਰਜੀ ਦੁਆਰਾ ਹੜੱਪਾ ਤੇ ਮੋਹਨਜੋਦੜੋ ਦੀ ਖੋਜ ਕੀਤੀ ਗਈ ਸੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਲਾਰਡ ਰਿਪਨ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਨ੍ਹਾਂ ਨੂੰ ਆਪਣੇ ਕੀ ਸੀਗਾ ਸ਼ਾਸਨ ਦਾ ਭਾਰਤ ਦੇ ਵਿੱਚ ਇਹਨੇ ਉਸ ਸਮੇਂ ਦੇ ਵਿੱਚ ਹੀ ਸ਼ੁਰੂਆਤ ਕਰਤੀ ਸੀਗੀ। ਠੀਕ ਹੈ ਜੀ। ਉਸ ਤੋਂ ਬਾਅਦ ਲਾਰਡ ਡਫਰਿਨ ਦੇ ਟਾਈਮ 1885 ਦੇ ਵਿੱਚ ਭਾਰਤੀ ਰਾਸ਼ਟਰੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ 28 ਦਸੰਬਰ ਨੂੰ ਹੋਈ ਸੀ, ਜਿਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਕਿ ਇਹਦੀ ਪਹਿਲੀ ਬੈਠਕ ਮੁੰਬਈ 'ਚ, ਤੇ ਇਹਦੇ ਕੀ ਸੀਗੇ 72 ਮੈਂਬਰਾਂ ਨੇ ਭਾਗ ਲਿਆ ਸੀ। ਮੁੰਬਈ 'ਚ ਬੈਠਕ ਸੀਗੀ। WC ਬੈਨਰਜੀ, ਵਿਮੋਸ਼ ਚੰਦਰ ਬੈਨਰਜੀ ਇਹਦੇ ਕੀ ਸੀਗੇ? ਪਹਿਲੇ ਅਧਿਅਕਸ਼ ਬਣੇ ਸੀਗੇ। ਦੁਆਰਾ ਫਿਰ ਦੁਹਰਾ ਦੇਣਾ ਕਿ 1885 ਦੇ ਵਿੱਚ ਪਹਿਲਾ ਅਧਿਅਕਸ਼ ਵਿਮੋਸ਼ ਚੰਦਰ ਬੈਨਰਜੀ ਬਣਿਆ। 1886 ਦੇ ਵਿੱਚ ਪਹਿਲਾ ਅਧਿਅਕਸ਼ ਜੋ ਫਾਰਸੀ ਦਾ ਦਾਦਾ ਭਾਈ ਨਹਿਰੂ ਜੀ ਬਣਿਆ। ਠੀਕ ਹੈ, ਜਿਹਦੇ ਵਿੱਚ 434 ਮੈਂਬਰ ਸਨ। ਉਸ ਤੋਂ ਬਾਅਦ 1887 ਦੇ ਵਿੱਚ ਤੀਜਾ ਅਧਿਵੇਸ਼ਨ ਲਗਾਤਾਰ ਕੰਟੀਨਿਊ ਹੋਏ ਸੀਗੇ। ਉਹਦੇ ਵਿੱਚ ਬਦਰੁਦੀਨ ਤੇਜ਼ਵੀ ਪਹਿਲਾ ਮੁਸਲਿਮ ਅਧਿਅਕਸ਼ ਸੀਗਾ। ਚੌਥਾ 88 ਦੇ ਵਿੱਚ ਉਹਦੇ ਵਿੱਚ ਜਾਰਜ ਜੁਲੇ ਪਹਿਲਾ ਅੰਗਰੇਜ਼ ਇੰਡੀਅਨ ਨੈਸ਼ਨਲ ਕਾਂਗਰਸ ਦਾ ਅਧਿਅਕਸ਼ ਰਿਹਾ ਸੀ। 1917 ਦੇ ਵਿੱਚ ਫਸਟ ਵੂਮਨ ਅਧਿਅਕਸ਼ ਬਣੀ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੀ 1917 ਵਿੱਚ ਐਨੀ ਬੈਸੈਂਟ। ਠੀਕ ਹੈ। ਉਸ ਤੋਂ ਬਾਅਦ 1925 ਦੇ ਵਿੱਚ ਮੂਲ ਰੂਪ ਵਿੱਚ ਭਾਰਤੀ ਮਹਿਲਾ ਔਰਤ ਫਸਟ ਵੂਮਨ ਬਣੀ ਸੀਗੀ ਸਰੋਜਨੀ ਨਾਇਡੂ। ਕਦੋਂ? 1925 ਦੇ ਵਿੱਚ। ਤੁਹਾਨੂੰ ਮੈਂ ਇਹ ਵੀ ਦੱਸਿਆ ਸੀਗਾ ਕਿ ਮਹਾਤਮਾ ਗਾਂਧੀ ਨੇ ਇੱਕ ਵਾਰ ਅਧਿਅਕਸ਼ਤਾ ਕੀਤੀ ਹੈ 1924 ਦੇ ਵਿੱਚ ਬੇਲਗਾਉਂ ਕਰਨਾਟਕ ਅਧਿਵੇਸ਼ਨ ਦੇ ਵਿੱਚ। ਠੀਕ ਹੈ ਜੀ। ਇਹ ਗੱਲਾਂ ਆਪਾਂ ਉਸ ਦਿਨ ਵੀ ਪੜ੍ਹੀਆਂ ਸੀਗੀਆਂ। ਤੇ ਹੁਣ ਵੱਧਦੇ ਆਪਣੇ ਨੈਕਸਟ ਕੁਐਸਚਨ ਵੱਲ। ਭਾਰਤੀ ਸੰਵਿਧਾਨ ਉੱਪਰ ਕਿਸ ਐਕਟ ਦਾ ਪ੍ਰਭਾਵ ਹੈ? ਵੈਰੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਕਿ ਭਾਰਤੀ ਸੰਵਿਧਾਨ ਉੱਪਰ ਕਿਸ ਐਕਟ ਦਾ ਪ੍ਰਭਾਵ? 1919 ਦਾ ਐਕਟ ਆਪਾਂ ਇੱਕ ਤਾਂ ਇਸ ਐਕਟ ਰਾਹੀਂ ਪਹਿਲੀ ਵਾਰ ਪ੍ਰਾਂਤਾਂ ਦੇ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ, ਹਿੰਦੀ ਦੇ ਵਿੱਚ द्वैध ਸ਼ਾਸਨ ਪ੍ਰਣਾਲੀ ਦੀ ਸ਼ੁਰੂ, ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ, ਇਹਨੂੰ ਮੈਂਟਿਗਿਊ-ਚੈਮਸ ਕੋਡ ਅਧਿਨਿਯਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਇਹਦੀ ਸਮੀਖਿਆ ਕਰਨ ਲਈ 10 ਸਾਲਾਂ ਬਾਅਦ ਕਮੇਟੀ ਦਾ ਗਠਨ ਹੋਣਾ ਸੀ, ਜੋ ਕਿ ਪਹਿਲਾਂ ਹੀ ਆ ਗਈ ਸਮੇਂ ਤੋਂ 1927 ਦੇ ਵਿੱਚ, ਜਿਹਨੂੰ ਆਪਾਂ ਸਾਈਮਨ ਕਮਿਸ਼ਨ ਬੋਲਦੇ ਹਾਂ, ਜਿਹਦਾ ਵਿਰੋਧ ਵੀ ਹੋਇਆ ਸੀ। 1909 ਦੇ ਐਕਟ ਬਾਰੇ ਅਗਰ ਆਪਾਂ ਗੱਲ ਕਰੀਏ ਤਾਂ ਇਹਦੇ ਦੁਆਰਾ ਪਹਿਲੀ ਵਾਰ ਸੰਪਰਦਾਇਕ ਚੁਣਾਵ ਦੀ ਕੀ ਹੋਈ ਸੀ? ਘੋਸ਼ਣਾ ਹੋਈ ਸੀਗੀ ਹਿੰਦੂ ਤੇ ਮੁਸਲਿਮ। ਠੀਕ ਹੈ ਜੀ। 1833 ਦਾ ਚਾਰਟ ਐਕਟ ਪੜ੍ਹਿਆ ਸੀਗਾ ਆਪਾਂ ਕਿ ਇਹਦੇ ਵਿੱਚ ਮੈਕਾਲੇ ਭਾਰਤ 'ਚ ਇੰਗਲਿਸ਼ ਲੈ ਕੇ ਆਇਆ ਸੀਗਾ। ਇਹ ਆਪਾਂ ਗੱਲ ਕੀਤੀ ਸੀ 1833 ਚਾਰਟ ਐਕਟ। ਤੇ ਜੋ
ਬੰਗਾਲ ਦਾ ਗਵਰਨਰ ਜਨਰਲ ਸੀ ਉਹਨੂੰ ਸੰਪੂਰਨ ਭਾਰਤ ਦਾ ਗਵਰਨਰ ਜਨਰਲ ਬਣਾ ਦਿੱਤਾ ਗਿਆ ਸੀ 1935 ਦਾ। ਇੱਕ ਗੱਲ ਯਾਦ ਰੱਖਿਆ ਜੇ, ਪ੍ਰੀਐਮਬਲ ਪ੍ਰਸਤਾਵਨਾ ਬਾਰੇ ਆਪਾਂ ਪੂਰੇ ਡਿਟੇਲ 'ਚ ਗੱਲ ਕਰਾਂਗੇ, ਲਗਭਗ 2 ਲੈਕਚਰਾਂ 'ਚ ਗੱਲ ਕਰਾਂਗੇ, ਠੀਕ ਹੈ ਜੀ। ਤੇ ਇਹ 1935 ਦਾ ਜੋ ਭਾਰਤ ਸਰਕਾਰ ਅਧਿਨਿਯਮ ਹੈ ਨਾ, ਪਹਿਲੀ ਤਾਂ ਗੱਲ ਇਹ ਹੈ ਵੀ ਇਹਦੀ ਖੁਦ ਦੀ ਪ੍ਰਸਤਾਵਨਾ ਨਹੀਂ ਸੀ। ਹਰ ਇੱਕ ਐਕਟ, ਹਰ ਇੱਕ ਕਾਨੂੰਨ ਦੀ ਕੋਈ ਨਾ ਕੋਈ ਪ੍ਰਸਤਾਵਨਾ ਹੁੰਦੀ ਹੈ ਜਿੱਥੇ ਉਸ ਕੀ ਲਿਖੇ ਹੁੰਦੇ ਆ, ਉਹਦੇ ਉਦੇਸ਼ ਲਿਖੇ ਹੁੰਦੇ ਨੇ। ਤਾਂ ਹੀ ਤਾਂ ਆਪਾਂ ਇਸ ਪ੍ਰਸਤਾਵਨਾ ਨੂੰ ਉਦੇਸ਼ਿਕਾ ਕੀ ਬੋਲਦੇ ਆ, ਉਦੇਸ਼ਿਕਾ ਇੰਗਲਿਸ਼ ਦੇ ਵਿੱਚ ਪ੍ਰੀਐਮਬਲ, ਕਿ ਜਿਹਦੇ ਵਿੱਚ ਕਿਸੇ ਚੀਜ਼ ਦੇ ਉਦੇਸ਼ ਲਿਖੇ ਹੋਣ, ਜਿਹਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ 13 ਦਸੰਬਰ 1946 ਨੂੰ ਪੇਸ਼ ਕੀਤਾ ਸੀਗਾ ਸੰਵਿਧਾਨ ਸਭਾ ਦੇ ਵਿੱਚ, ਉਦੇਸ਼ ਪ੍ਰਸਤਾਵ ਰੱਖਿਆ ਸੀ, ਠੀਕ ਹੈ ਜੀ। 1935 ਦਾ ਐਕਟ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਸੀ ਕਿਉਂਕਿ ਇੱਥੋਂ ਭਾਰਤ ਦੇ ਸੰਵਿਧਾਨ ਦਾ 75% ਭਾਗ ਲਿਆ ਗਿਆ ਸੀਗਾ। 75% ਭਾਗ ਦਾ 3/4 ਹਿੱਸਾ ਸੰਵਿਧਾਨ ਦਾ ਉਹ 1935 ਦੇ ਭਾਰਤ ਸਰਕਾਰ ਅਧਿਨਿਯਮ ਰਾਹੀਂ ਲਿਆ ਗਿਆ ਸੀ, ਠੀਕ ਹੈ ਜੀ। ਜਿਹਦੇ ਵਿੱਚ ਇੱਕ ਗੱਲ ਮੈਂ ਉਸ ਦਿਨ ਵੀ ਬੋਲੀ ਸੀ ਤੇ ਅੱਜ ਦੁਬਾਰਾ ਫਿਰ ਬੋਲਦਾ ਕਿ ਬਹੁਤ ਵਾਰ ਨਾ ਆਪਸ਼ਨ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਆਪਾਂ ਆਪਾਤਕਾਲੀਨ ਸ਼ਕਤੀਆਂ ਜਿਹੜੀਆਂ ਇਹ ਕਿੱਥੋਂ ਲਈਆਂ ਗਈਆਂ ਨੇ, ਆਪਾਤਕਾਲੀਨ ਸ਼ਕਤੀਆਂ ਜਰਮਨੀ ਤੋਂ। ਡੀਅਰ, ਅਗਰ ਜਰਮਨੀ ਆਪਸ਼ਨ ਦੇ ਵਿੱਚ ਨਹੀਂ ਹੈ, ਉੱਥੇ 1935 ਦਾ ਭਾਰਤ ਸਰਕਾਰ ਅਧਿਨਿਯਮ ਦਿੱਤਾ ਹੋਇਆ, ਤਾਂ ਮੀਨਸ ਜਦੋਂ 1935 ਦਾ ਐਕਟ ਸੀ ਉਹਦੇ ਵਿੱਚ ਵੀ ਕਿੱਥੋਂ ਲਈਆਂ ਗਈਆਂ ਸੀਗੀਆਂ, ਜਰਮਨੀ ਤੋਂ ਲਈਆਂ ਗਈਆਂ ਸੀਗੀਆਂ। ਅਗਰ ਇਹ ਆਪਸ਼ਨ 'ਚ ਨਹੀਂ ਹੈ ਤਾਂ ਆ ਬਿਲਕੁਲ ਰਾਈਟ ਆਨਸਰ ਹੋਊਗਾ, ਕਿਉਂਕਿ ਇਹਦਾ ਬਹੁਤ ਵੱਡਾ ਪ੍ਰਭਾਵ ਸੀਗਾ ਭਾਰਤ ਸਰਕਾਰ ਅਧਿਨਿਯਮ 1935 ਦਾ। ਇਹਦੇ ਦੀ ਨਹੀਂ ਤੁਹਾਨੂੰ ਦੱਸਿਆ ਸੀ ਕਿ ਪਹਿਲੀ ਵਾਰ 1937 ਵਿੱਚ ਪ੍ਰਾਂਤਕ ਚੁਣਾਵ ਜਿਹਦੇ ਵਿੱਚ ਕਾਂਗਰਸ ਨੂੰ 11 ਤੋਂ 7 ਸੀਟਾਂ ਮਿਲੀਆਂ ਸੀ, ਬਹੁਤ ਵੱਡੀ ਜਿੱਤ ਸੀ, ਠੀਕ ਹੈ ਜੀ। ਹੁਣ ਵਧਦੇ ਆਪਣੇ ਨੈਕਸਟ ਕੁਐਸਚਨ। ਭਾਰਤੀ ਸੰਵਿਧਾਨ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ 1935 ਦੇ ਐਕਟ ਤੋਂ ਲਈਆਂ ਗਈਆਂ, ਠੀਕ ਹੈ ਜੀ। ਪਹਿਲਾ ਫੈਡਰਲ ਸਟੇਟ, 1937 ਦੇ ਵਿੱਚ ਫੈਡਰਲ ਕੋਰਟ ਦੀ ਸਥਾਪਨਾ ਹੋਈ ਸੀ, ਠੀਕ ਹੈ ਜੀ। ਗਵਰਨਰ ਦਾ ਗਵਰਨਰ ਦਾ ਪਦ, ਜੋ ਪ੍ਰਾਂਤਾਂ ਦੇ ਵਿੱਚ ਗਵਰਨਰ, ਸਰਵਿਸ ਕਮਿਸ਼ਨ ਦਾ ਪਦ। ਤਾਂ ਇਹਦਾ ਮਤਲਬ ਆਪਾਂ ਕੀ ਹੋ ਗਿਆ, ਉਪਰੋਕਤ ਸਾਰੇ ਆਪਸ਼ਨ ਕਿੱਥੋਂ ਲਏ ਗਏ ਸੀਗੇ, 1935 ਦੇ ਐਕਟ, ਠੀਕ ਹੈ ਜੀ। ਅੱਗੇ ਵਧਦੇ, ਸੰਸਦੀ ਸਰਕਾਰ, ਦੇਖੋ ਜੀ ਸੰਸਦੀ ਸਰਕਾਰ, ਉਸ ਤੋਂ ਬਾਅਦ ਕਾਨੂੰਨ ਦਾ ਸ਼ਾਸਨ ਦਾ ਸਿਧਾਂਤ ਕਿਸ ਦੇਸ਼ ਤੋਂ ਲਿਆ ਗਿਆ ਹੈ। ਇਹ ਆਪਣੇ ਕੋਲੇ ਆਪਸ਼ਨ ਹੈ ਇੰਗਲੈਂਡ, ਅਮਰੀਕਾ, ਆਇਰਲੈਂਡ, 1935 ਦਾ ਐਕਟ। ਸੰਸਦੀय ਪ੍ਰਣਾਲੀ, ਠੀਕ ਹੈ, ਜਿਹਦਾ ਜਨਮਦਾਤਾ ਬ੍ਰਿਟੇਨ, ਇੰਗਲੈਂਡ ਨੂੰ ਲਿਖਿਆ ਜਾਂਦਾ। ਤਾਂ ਇਹ ਯਾਦ ਰੱਖਣਾ ਕਿ ਇੱਥੇ ਬਹੁਤ ਵਾਰ ਇਹ ਪੋਲਿਟੀ ਦੀ ਭਾਸ਼ਾ 'ਚ ਬ੍ਰਿਟੇਨ ਵਰਡ ਹੀ ਲਿਖਿਆ ਹੁੰਦਾ, ਠੀਕ ਹੈ ਜੀ। ਇਹਦਾ ਰਾਈਟ ਆਨਸਰ ਕੀ ਹੋਊਗਾ, ਇੰਗਲੈਂਡ, ਜਿੱਥੋਂ ਆਪਾਂ ਕੀ ਹੈ ਸੰਸਦੀय ਪ੍ਰਣਾਲੀ ਗ੍ਰਹਿਣ ਕੀਤੀ, ਜਿਹਦੇ ਵਿੱਚ ਆਪਾਂ ਪੜਾਂਗੇ ਕਿ ਸੰਸਦ, ਠੀਕ ਹੈ, ਲੋਕ ਸਭਾ, ਰਾਜ ਸਭਾ, ਠੀਕ ਹੈ ਜੀ। ਤੇ ਜਦੋਂ ਰਾਸ਼ਟਰਪਤੀ ਪ੍ਰੈਜ਼ੀਡੈਂਟ ਇਹਦੇ ਤੇ ਸਾਈਨ ਕਰੂਗਾ ਤਾਂ ਹੀ ਕੋਈ ਕਾਨੂੰਨ ਬਣਦਾ ਹੈ। ਕਾਨੂੰਨ ਦਾ ਸ਼ਾਸਨ ਜਿਹਨੂੰ ਆਪਾਂ ਬੋਲਦੇ ਹਾਂ ਵਿਧੀ ਦਾ ਸ਼ਾਸਨ, ਇਹ ਕਿੱਥੋਂ ਗ੍ਰਹਿਣ ਕੀਤਾ ਆਪਾਂ, ਇੰਗਲੈਂਡ ਤੋਂ। ਲਗਭਗ ਭਾਰਤੀ ਸੰਵਿਧਾਨ ਨੂੰ ਉਦਾਰ ਦਾ ਥੈਲਾ ਬੋਲਿਆ ਜਾਂਦਾ ਹੈ, ਠੀਕ ਹੈ ਜੀ। ਕੀ ਬੋਲਿਆ ਜਾਂਦਾ, ਉਦਾਰ ਦਾ ਥੈਲਾ, ਕਿਉਂਕਿ ਲਗਭਗ ਆਪਾਂ 60 ਦੇਸ਼ਾਂ ਦੇ ਸੰਵਿਧਾਨ ਦਾ ਅਧਿਐਨ ਕਰਕੇ ਜਿਹੜੀਆਂ ਚੀਜ਼ਾਂ ਆਪਾਂ ਨੂੰ ਵਧੀਆ ਲੱਗੀਆਂ ਉਹ ਲਗਭਗ 60 ਦੇਸ਼ਾਂ ਦੇ ਸੰਵਿਧਾਨ ਤੋਂ ਆਪਾਂ ਗ੍ਰਹਿਣ ਕੀਤੀਆਂ। ਜੋ ਆਪਾਂ ਨੂੰ ਲੱਗਿਆ ਵੀ ਇਹਨਾਂ ਦੀ ਸੰਸਦੀय ਪ੍ਰਣਾਲੀ ਬਹੁਤ ਅੱਛੀ ਹੈ, ਕਾਨੂੰਨ ਦਾ ਸ਼ਾਸਨ ਹੈ, ਉਹ ਆਪਾਂ ਦੇਸ਼ਾਂ ਤੋਂ, ਤੇ ਇੱਥੋਂ ਹੀ ਆਪਾਂ ਇੱਕ ਹੀਰੀ ਨਾਗਰਿਕਤਾ ਵੀ ਪ੍ਰਾਪਤ ਕੀਤੀ ਸੀਗੀ ਇੰਗਲੈਂਡ ਦੇ ਸੰਵਿਧਾਨ ਤੋਂ, ਠੀਕ ਹੈ ਜੀ। ਅਮਰੀਕਾ ਦੇ ਸੰਵਿਧਾਨ ਤੋਂ ਆਪਣੇ ਕੀ ਹੈ, ਮੌਲਿਕ ਅਧਿਕਾਰ ਹੈ। ਆਇਰਲੈਂਡ ਤੋਂ ਆਪਣੇ ਕੀ ਹੈ, ਨੀਤੀ ਨਿਰਦੇਸ਼ਕ ਤੱਤ ਹੈ। ਤੇ 1935 ਦੇ ਐਕਟ ਤੋਂ ਸੰਵਿਧਾਨ ਦਾ 75% ਭਾਗ ਹੈ, ਠੀਕ ਹੈ ਜੀ। ਹਾਂਜੀ, ਇਹ ਆਪਣਾ ਸਿੱਖਿਆ FM ਦਾ ਆਨਲਾਈਨ ਜੋ ਆਪਣੇ ਐਪ ਹੈ, ਇਹ ਤੁਸੀਂ ਡਾਊਨਲੋਡ ਕਰ ਲਓ। ਜਿਹੜੇ ਆਪਣੇ PTI ਮਾਸਟਰ ਕੈਡਰ ਬੈਚ ਚੱਲ ਰਹੇ ਨੇ ਉਹ ਇੱਥੇ ਸਾਰੇ ਬੈਚ ਉਪਲਬਧ, ਠੀਕ ਹੈ ਜੀ। ਭਾਰਤੀ ਸੰਵਿਧਾਨ ਸਭਾ ਨੇ ਅਮਰੀਕਾ ਦੇ ਸੰਵਿਧਾਨ ਤੋਂ ਕਿਹੜੇ ਸੰਕਲਪ ਲਏ ਹਨ, ਅਮਰੀਕਾ ਦੇ ਸੰਵਿਧਾਨ ਤੋਂ। ਦੇਖੋ ਜੀ,
ਮੌਲਿਕ ਅਧਿਕਾਰ ਆਪਾਂ ਹੁਣੇ ਗੱਲ ਕੀਤੀ ਹੈ ਜੀ, ਆਪਾਂ ਕਿੱਥੋਂ ਲਏ ਨੇ? ਅਮਰੀਕਾ ਦੇ ਸੰਵਿਧਾਨ। ਸੁਤੰਤਰਤਾ ਨਿਆਂ ਪ੍ਰਣਾਲੀ, ਸੁਤੰਤਰ ਨਿਆਂ ਪ੍ਰਣਾਲੀ। ਠੀਕ ਹੈ ਜੀ, ਆਪਾਂ ਕਹਿੰਦੇ ਆ ਨਾ ਕਿ ਸੁਪਰੀਮ ਕੋਰਟ ਸੁਤੰਤਰ ਹੈ। ਠੀਕ ਹੈ ਜੀ, ਇਹ ਸੁਤੰਤਰ ਨਿਆਂ ਪ੍ਰਣਾਲੀ ਹੈ ਜਿਹੜੀ ਆਪਾਂ ਕਿੱਥੋਂ ਲਈ ਹੈ? ਉਸ ਤੋਂ ਬਾਅਦ ਰਾਸ਼ਟਰਪਤੀ ਤੇ ਮਹਾਦੋਸ਼ ਅਪੀਚਮੈਂਟ, ਕਿਹੜਾ ਆਰਟੀਕਲ ਹੈ? 61 ਹੈ। ਹਾਂਜੀ ਬੋਲੋ ਜੀ, 61 ਹੈ। ਇਹ ਸਾਰੀਆਂ ਚੀਜ਼ਾਂ ਆਪਾਂ ਕਿਹੜੇ ਸੰਵਿਧਾਨ ਤੋਂ ਲਈਆਂ ਗਈਆਂ ਨੇ? ਅਮਰੀਕਾ ਦੇ ਸੰਵਿਧਾਨ ਤੋਂ। ਉਪਰੋਕਤ ਸਾਰੇ ਬਹੁਤ ਵਾਰ ਕੱਲਾ ਕੱਲਾ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਜਦੋਂ ਪੰਜਾਬ ਪੁਲਿਸ ਵਾਲੇ ਕੁਐਸਚਨ ਪੇਪਰ ਹੋ ਰਹੀ ਸੀ ਤਾਂ ਇੱਕ ਸ਼ਿਫਟ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀਗਾ ਕਿ ਮੌਲਿਕ ਅਧਿਕਾਰ ਕਿੱਥੋਂ ਲਏ। ਬਹੁਤ ਈਜ਼ੀਲੀ ਕੁਐਸਚਨ ਹੈ। ਜਦੋਂ ਆਪਾਂ ਮੌਲਿਕ ਅਧਿਕਾਰ ਪੜ੍ਹਦੇ ਹਾਂ ਤਾਂ ਸਭ ਤੋਂ ਪਹਿਲਾਂ ਦੱਸਿਆ ਜਾਂਦਾ ਹੈ ਇਹਨਾਂ ਦੇ ਬਾਰੇ। ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਗ੍ਰਹਿਣ ਕੀਤੀਆਂ? ਅਮਰੀਕਾ ਦੇ ਸੰਵਿਧਾਨ ਤੋਂ। ਠੀਕ ਹੈ ਜੀ। ਹਾਂਜੀ, ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਸ ਦੇਸ਼ ਤੋਂ ਲਏ ਗਏ ਹਨ? ਜੋ ਆਪਣੇ ਸੰਵਿਧਾਨ ਦੇ ਨੀਤੀ ਨਿਰਦੇਸ਼ਕ ਤੱਤਵ ਹਨ, ਜਿਹਨੂੰ ਆਪਾਂ DPSP ਡਾਇਰੈਕਟ ਪ੍ਰਿੰਸੀਪਲ ਆਫ ਏ ਸਟੇਟ ਪਾਲਿਸੀ ਬੋਲਦੇ ਹਾਂ, ਉਹ ਆਪਾਂ ਕਿੱਥੋਂ ਲਏ ਆ? ਆਇਰਲੈਂਡ। ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਗ੍ਰਹਿਣ ਕੀਤੇ ਆ? ਆਇਰਲੈਂਡ। ਰੂਸ ਤੋਂ ਮੌਲਿਕ ਕਰ ਆਪਾਂ ਉਸ ਦਿਨ ਸੁਤੰਤਰਤਾ, ਬੰਧੁਤਾ, ਭਾਈਚਾਰਾ, ਜੋ ਆਪਾਂ ਇਹ ਸੀਗੇ ਨਾਰੇ ਪੜ੍ਹੇ ਸੀਗੇ, ਇਹ ਫਰਾਂਸ ਦੀ ਕ੍ਰਾਂਤੀ ਦੇ ਨਾਰੇ ਸੀ। ਇਹ ਆਪਾਂ ਫਰਾਂਸ ਤੋਂ। ਕੈਨੇਡਾ ਤੋਂ ਸੰਘਿਆਤਮਕ ਢਾਂਚਾ, ਸੰਘੀ ਢਾਂਚਾ, ਫੈਡਰਲ ਸਿਸਟਮ ਆਪਾਂ ਕਿੱਥੋਂ ਗ੍ਰਹਿਣ ਕੀਤਾ? ਕੈਨੇਡਾ ਦੇ ਸੰਵਿਧਾਨ ਤੋਂ। ਠੀਕ ਹੈ ਡੀਅਰ, ਇਹ ਬਹੁਤ ਵਾਰ ਕੁਐਸਚਨ ਪੁੱਛਿਆ ਜਾਂਦਾ ਕਿ ਕਿਹੜੇ ਦੇਸ਼ ਤੋਂ ਆਪਾਂ ਕੀ ਗ੍ਰਹਿਣ ਕੀਤਾ, ਤੇ ਆ 60 ਦੇਸ਼ ਯਾਦ ਰੱਖ, ਇਹ ਤੁਸੀਂ 60 ਦੇਸ਼ ਯਾਦ ਰੱਖਣੇ ਆ। ਠੀਕ ਹੈ ਜੀ। ਹਾਂਜੀ, ਸੰਘਿਆਤਮਕ ਸ਼ਾਸਨ ਪ੍ਰਣਾਲੀ, ਫੈਡਰਲ ਸਿਸਟਮ ਪ੍ਰਣਾਲੀ ਦਾ ਸਿਧਾਂਤ ਕਿਸ ਦੇਸ਼ ਤੋਂ ਲਿਆ ਗਿਆ ਹੈ? ਹੁਣੇ ਗੱਲ ਕੀਤੀ ਹੈ ਕਿ ਫੈਡਰਲ ਸਿਸਟਮ ਕਿਹੜੇ ਦੇਸ਼ ਤੋਂ ਲਿਆ ਗਿਆ? ਤਾਂ ਬੋਲੋ ਜੀ, ਕਿਹੜੇ ਦੇਸ਼ ਤੋਂ ਲਿਆ ਗਿਆ? ਇਹ ਆਪਾਂ ਕਿਹੜੇ ਦੇਸ਼ ਤੋਂ ਲਿਆ? ਕੈਨੇਡਾ। ਠੀਕ ਹੈ ਜੀ। ਸੰਘਿਆਤਮਕ ਸ਼ਾਸਨ ਪ੍ਰਣਾਲੀ ਕਿੱਥੋਂ ਲਈ ਹੈ? ਕੈਨੇਡਾ। ਤੇ ਫਰਾਂਸ ਦੀ ਕ੍ਰਾਂਤੀ ਦੇ ਜਿਹੜੇ 3 ਨਾਰੇ ਸੀ। ਰੂਸ ਤੋਂ ਕੀ ਹੋ ਗਿਆ? ਆਪਣੇ ਮੌਲਿਕ ਕਰਤੱਵ, ਫੰਡਾਮੈਂਟਲ ਡਿਊਟੀ। ਠੀਕ ਹੈ, ਜਿਨ੍ਹਾਂ ਦਾ ਉਲੇਖ ਕਿੱਥੇ ਹੈ? 51 ਕੇ ਬੋਲਦਾ, 51 ਊੜਾ ਬੋਲਦਾ, 51 ਏ ਬੋਲ। ਠੀਕ ਹੈ ਜੀ। ਹਾਂਜੀ, ਉਸ ਤੋਂ ਬਾਅਦ ਆਇਰਲੈਂਡ ਹੁਣੇ ਦੱਸਿਆ ਸੀਗਾ ਕੀ ਹੈ, ਕੀ ਗ੍ਰਹਿਣ ਕੀਤਾ ਸੀ ਆਪਾਂ? ਇੱਥੋਂ ਕੀਤੇ ਸੀਗੇ ਆਪਾਂ ਨੀਤੀ ਨਿਰਦੇਸ਼ਕ ਤੱਤ 36 ਤੋਂ 51। ਠੀਕ ਹੈ ਜੀ। 1 ਤੋਂ 4 ਤੱਕ ਕੀ ਹੈ? ਭਾਰਤ ਰਾਜਾਂ ਦਾ। 5 ਤੋਂ 6 ਕੀ ਆ? ਨਾਗਰਿਕ। ਠੀਕ ਹੈ ਜੀ। ਇਹ ਕੀ ਹੋ ਗਿਆ? ਰਾਜਾਂ ਦਾ ਸੰਘ। ਇਹਦਾ ਮਤਲਬ 28 ਰਾਜ ਤੇ 8 UT ਕੇਂਦਰ ਸ਼ਾਸਿਤ ਪ੍ਰਦੇਸ਼। ਇਹ ਆਪਣੀ ਨਾਗਰਿਕਤਾ, ਸਿਟੀਜ਼ਨਸ਼ਿਪ ਨਾਲ ਸੰਬੰਧਿਤ। ਉਸ ਤੋਂ ਬਾਅਦ 12 ਤੋਂ 35 ਇਹ ਆਪਣੇ ਮੌਲਿਕ ਅਧਿਕਾਰ, ਨਾਗਰਿਕਤਾ ਨੂੰ, ਜੋ ਨਾਗਰਿਕਾਂ ਨੂੰ 14 ਤੋਂ 32 ਤੋਂ। ਠੀਕ ਹੈ ਜੀ। ਹੁਣ ਇਹਦੇ ਵਿੱਚੋਂ ਅਗਰ ਆਪਾਂ ਗੱਲ ਕਰੀਏ ਤਾਂ ਆਪਣੇ ਕੋਲੇ 12 ਤੋਂ ਸ਼ੁਰੂ ਹੁੰਦੇ ਨੇ, ਜਿਹਦੇ ਵਿੱਚ ਰਾਜ ਸ਼ਬਦ ਦੀ ਪਰਿਭਾਸ਼ਾ ਦਿੱਤੀ ਗਈ ਹੈ। ਠੀਕ ਹੈ ਜੀ। 13 ਦੇ ਵਿੱਚ ਜੁਡੀਸ਼ੀਅਲ ਰਿਵਿਊ ਦੀ ਗੱਲ ਕੀਤੀ ਗਈ ਹੈ, ਤੇ ਆਪਣੇ 14 ਤੋਂ ਜੋ ਆਪਣੇ ਸਮਾਨਤਾ ਦਾ ਅਧਿਕਾਰ ਸ਼ੁਰੂ ਹੁੰਦਾ। ਉਸ ਤੋਂ ਬਾਅਦ 36 ਤੋਂ 51 ਤੱਕ ਕੀ ਆ? ਆਪਣੇ DPSP ਨੀਤੀ ਨਿਰਦੇਸ਼ਕ 51A। ਇਹਦੇ ਵਿੱਚ ਕੀ ਹੈ? A ਕੈਪੀਟਲ ਹੈ ਤਾਂ ਮਤਲਬ ਬਾਅਦ ਵਿੱਚ ਐਡ ਕੀਤੇ ਗਏ। ਇਹਦੇ ਵਿੱਚ ਕੀ ਆ? ਆਪਣੇ ਫੰਡਾਮੈਂਟਲ ਡਿਊਟੀਜ਼, ਮੌਲਿਕ ਕਰਤੱਵ, ਜੋ ਆਪਾਂ ਕਿੱਥੋਂ ਗ੍ਰਹਿਣ ਕੀਤੇ ਆ? ਰੂਸ ਤੋਂ ਗ੍ਰਹਿਣ ਕੀਤੇ ਆ। ਹਾਂਜੀ, ਠੀਕ ਹੈ ਜੀ। ਚਲੋ ਵੀ ਅਗਲੇ ਕੁਐਸਚਨ। ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸਿਧਾਂਤ ਆਸਟ੍ਰੇਲੀਆ ਦੇ ਸੰਵਿਧਾਨ ਤੋਂ ਲਿਆ ਗਿਆ ਹੈ? ਆਸਟ੍ਰੇਲੀਆ ਦੇ ਸੰਵਿਧਾਨ। ਆਸਟ੍ਰੇਲੀਆ ਕੀ ਹੈ? ਸਭ ਤੋਂ ਛੋਟਾ ਮਹਾਂਦੀਪ, ਸਭ ਤੋਂ ਵੱਡਾ ਏਸ਼ੀਆ। ਠੀਕ ਹੈ ਜੀ। ਨੀਤੀ ਨਿਰਦੇਸ਼ਕ ਤੱਤ ਸਰ ਹੁਣੇ ਗੱਲ ਕੀਤੀ ਹੈ ਆਇਰਲੈਂਡ ਦੇ ਸੰਵਿਧਾਨ ਤੋਂ 36 ਤੋਂ 51। ਸੰਘਿਆਤਮਕ ਸ਼ਾਸਨ ਪ੍ਰਣਾਲੀ ਹੁਣੇ ਆਪਾਂ ਗੱਲ ਕੀਤੀ ਸਰ ਕੈਨੇਡਾ। ਠੀਕ ਹੈ ਜੀ। ਸਮਵਰਤੀ ਸੂਚੀ, ਹਾਂਜੀ ਸਰ, ਸਮਵਰਤੀ ਸੂਚੀ ਅਸੀਂ ਆਸਟ੍ਰੇਲੀਆ ਤੋਂ ਲਈ ਹੈ।
ठीक है जी। किन्ने तरह ਦੀਆਂ सूचियां ਹੁੰਦੀਆਂ ਨੇ? 3 सूचियां। ਕਿਹੜੀਆਂ ਕਿਹੜੀਆਂ? ਕਿੰਨੀਆਂ सूचियां जी? 3 सूचियां। पहली अपनी केंद्र सूची, ਜਿਹਦੇ ਵਿੱਚ ਕਾਨੂੰਨ ਬਣਾਉਣ ਦਾ ਅਧਿਕਾਰ ਕਿਹਦੇ ਕੋਲੇ ਹੈ? ਕੇਂਦਰ ਸਰਕਾਰ ਦੇ। ਸੈਕਿੰਡ ਦੇ ਵਿੱਚ ਕਿਹੜੀ ਆ ਗਈ ਆਪਣੀ? ਰਾਜ सूची। ਤੇ ਤੀਜੀ ਕਿਹੜੀ ਹੈ? ਸੰਪਤੀ सूची, ਜਿਹਦੇ ਵਿੱਚ ਰਾਜ ਤੇ ਕੇਂਦਰ ਦੋਵੇਂ ਮਿਲ ਕੇ ਕਾਨੂੰਨ, ਇੱਥੇ ਕੱਲਾ ਕੇਂਦਰ ਕਾਨੂੰਨ ਬਣਾਉਂਦਾ ਹੈ, ਇੱਥੇ ਕੱਲਾ ਰਾਜ ਤੇ ਸਮਵਰਤੀ ਸੂਚੀ ਦੇ ਵਿੱਚ ਕੌਣ ਕਾਨੂੰਨ ਬਣਾਉਂਦਾ ਹੈ? ਦੋਵੇਂ ਮਿਲ ਕੇ ਕਾਨੂੰਨ ਬਣਾਉਂਦੇ ਹਨ। ਤੇ ਮੌਲਿਕ ਅਧਿਕਾਰ ਆਪਾਂ ਕਿੱਥੋਂ ਗ੍ਰਹਿਣ ਕੀਤੇ ਸੀਗੇ? ਇਹ ਕੀਤੇ ਸੀਗੇ ਅਮਰੀਕਾ ਦੇ ਸੰਵਿਧਾਨ। ਠੀਕ ਹੈ ਜੀ। ਤਾਂ ਆਪਣੇ ਤੋਂ ਆਸਟ੍ਰੇਲੀਆ ਦਾ ਪੁੱਛਿਆ ਸੀ, ਆਸਟ੍ਰੇਲੀਆ ਤੋਂ ਆਪਾਂ ਸਮਵਰਤੀ ਸੂਚੀ। ਤੇ ਇੱਕ ਹੋਰ ਮੈਂ ਤੁਹਾਨੂੰ ਦੱਸਿਆ ਸੀਗੀ ਕਿ ਜਿਹੜੀ ਆਪਾਂ ਪ੍ਰਸਤਾਵਨਾ ਪੜ੍ਹੀ ਸੀ, ਉਸ ਪ੍ਰਸਤਾਵਨਾ ਦੀ ਜੋ ਭਾਸ਼ਾ ਸੀ ਨਾ, ਭਾਸ਼ਾ ਪ੍ਰਸਤਾਵਨਾ ਨੂੰ ਤਾਂ ਆਪਾਂ ਅਮਰੀਕਾ ਤੋਂ ਗ੍ਰਹਿਣ ਕੀਤਾ ਸੀਗਾ, ਬਟ ਜਿਹੜੀ ਉਹਦੀ ਲੈਂਗੁਏਜ ਸੀ, ਭਾਸ਼ਾ ਸੀਗੀ, ਉਹ ਆਪਾਂ ਆਸਟ੍ਰੇਲੀਆ ਦੇ ਸੰਵਿਧਾਨ ਤੋਂ ਲਈ ਸੀ। ਠੀਕ ਹੈ ਜੀ। ਓਕੇ ਹੈ ਜੀ। ਚਲੋ ਬਈ ਵਧਦੇ ਆ ਨੈਕਸਟ ਕੁਐਸਚਨ। ਸਹੀ ਮਿਲਾਨ। ਠੀਕ ਹੈ ਜੀ। ਇਸ ਤਰ੍ਹਾਂ ਦਾ ਕੁਐਸਚਨ ਹੈ ਜਿਹੜਾ ਮਾਸਟਰ ਕੈਡਰ ਜਾਂ UGC ਨੈਟ ਦੇ ਪੇਪਰ ਵਿੱਚ ਵੀ ਪੁੱਛਿਆ ਜਾਂਦਾ। ਬਹੁਤ ਜ਼ਬਰਦਸਤ ਕੁਐਸਚਨ ਹੈ। ਸਭ ਤੋਂ ਪਹਿਲਾਂ ਵਾਈਮਰ ਦਾ ਸੰਵਿਧਾਨ, ਜਰਮਨੀ ਦਾ ਸੰਵਿਧਾਨ, ਇਹਦੇ ਤੋਂ ਆਪਾਂ ਕੀ ਲਈਆਂ ਗਈਆਂ ਸੀਗੀਆਂ? ਆਪਾਤਕਾਲੀਨ ਸ਼ਕਤੀਆਂ, ਸੰਕਟਕਾਲੀਨ ਸ਼ਕਤੀਆਂ। ਸੋਵੀਅਤ ਸੰਘ, ਰੂਸ ਤੋਂ ਆਪਾਂ ਕੀ ਲਏ ਸੀਗੇ? ਬੋਲੋ ਜੀ। ਮੌਲਿਕ। ਠੀਕ ਹੈ ਜੀ। ਫਰਾਂਸ ਦੇ ਸੰਵਿਧਾਨ ਤੋਂ, ਫਰਾਂਸ ਦੇ ਸੰਵਿਧਾਨ ਤੋਂ ਆਪਾਂ ਕੀ ਲਿਆ ਸੀਗਾ? ਜਿਹੜੇ ਆਪਣੇ ਪ੍ਰਸਤਾਵਨਾ ਦੇ ਵਿੱਚ ਕੀ ਹੈ? ਨਾਰੇ ਦਿੱਤੇ ਹੈ ਤੇ ਗਣਤੰਤਰ ਸਭਾ। ਉਸ ਤੋਂ ਬਾਅਦ ਦੱਖਣੀ ਅਫਰੀਕਾ ਤੋਂ ਸੰਵਿਧਾਨ ਸੰਸ਼ੋਧਨ ਦੀ ਪ੍ਰਕਿਰਿਆ, ਆਰਟੀਕਲ 368 ਦੇ ਤਹਿਤ। ਠੀਕ ਹੈ ਜੀ। ਹੁਣ ਇਹਦੇ ਵਿੱਚ ਦੇਖੋ ਜੀ, ਏ ਦਾ 2 ਆ ਪਿਆ ਜੀ, ਏ ਦਾ 2 का मतलब ਇੱਕੋ ਹੀ ਆਪਸ਼ਨ ਵਿੱਚ ਏ ਦਾ 2 ਹੈ ਨਾ, ਤਾਂ ਇਹਦੇ ਵਿੱਚ ਪਹਿਲਾ ਆਪਸ਼ਨ ਹੀ ਸਹੀ ਹੋ ਜਾਊਗਾ। ਬਾਕੀ ਆਪਾਂ ਚੈੱਕ ਸਾਰੇ ਕਰਦੇ ਹਾਂ। ਉਸ ਤੋਂ ਬਾਅਦ 4 ਆ ਰਿਹਾ ਜੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ 3 ਆ ਰਿਹਾ, 1 ਆ ਰਿਹਾ, ਤਾਂ ਇਹਦੇ ਵਿੱਚ ਇਹ ਆਪਸ਼ਨ ਆਪਣਾ ਕੀ ਹੈ? ਬਿਲਕੁਲ ਰਾਈਟ। ਠੀਕ ਹੈ ਜੀ। ਵਧਦੇ ਆ ਨੈਕਸਟ ਕੁਐਸਚਨ ਵੱਲ। ਹਾਂਜੀ, ਇਹ ਆਪਣਾ ਐਪ ਹੈ ਜਿਹਦੇ ਬਾਰੇ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਸਾਰੇ ਪੇਡ ਬੈਚਿਜ ਇਸ ਸਿੱਖਿਆ FM ਐਪ ਤੇ ਉਪਲਬਧ ਹਨ, ਜਿਹਨੂੰ ਤੁਸੀਂ ਡਾਊਨਲੋਡ ਕਰ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਆਰੰਭ ਕਿਹੜੇ ਸ਼ਬਦਾਂ ਨਾਲ ਹੋਇਆ ਹੈ? ਇਹ ਪ੍ਰਸਤਾਵਨਾ ਪੂਰੇ ਡਿਟੇਲ ਦੇ ਵਿੱਚ ਇੱਕ ਇੱਕ ਆਪਾਂ ਸ਼ਬਦ ਦੀ ਗੱਲ ਕਰਾਂਗੇ, ਇੱਕ ਇੱਕ ਸ਼ਬਦ ਨੂੰ ਆਪਾਂ ਸਮਝਾਂਗੇ ਕਿ ਇੱਕ ਇੱਕ ਸ਼ਬਦ ਦਾ ਅਰਥ ਕੀ। ਠੀਕ ਹੈ ਜੀ। ਅਸੀਂ ਭਾਰਤ ਦੇ ਲੋਕ, ਅਸੀਂ ਇੰਡੀਆ ਦੇ ਲੋਕ, ਅਸੀਂ ਹਿੰਦੁਸਤਾਨ ਦੇ ਲੋਕ, ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਇਹਦਾ ਕੀ ਹੈ? ਪਹਿਲਾ ਹੀ ਆंसर ਹੈ, ਅਸੀਂ ਭਾਰਤ ਦੇ ਲੋਕ, ਭਾਰਤ ਨੂੰ, हम भारत के लोग, भारत को हिंदी ਵਿੱਚ। ਠੀਕ ਹੈ ਜੀ। ਤਾਂ ਮੈਂ ਉਸ ਦਿਨ ਕੁਐਸਚਨ ਪੁੱਛਿਆ ਸੀਗਾ ਕਿ ਭਾਰਤ ਸ਼ਬਦ ਦਾ ਉਲੇਖ ਪ੍ਰਸਤਾਵਨਾ ਵਿੱਚ ਕਿੰਨੀ ਵਾਰ ਹੈ? 2 ਵਾਰ। ਤੇ ਪ੍ਰਸਤਾਵਨਾ ਸ਼ੁਰੂ ਕਿਹੜੇ ਸ਼ਬਦਾਂ ਨਾਲ ਹੁੰਦੀ ਹੈ? ਅਸੀਂ ਭਾਰਤ ਦੇ ਲੋਕ। ਇਹ ਆਪਸ਼ਨ ਇਜ਼ ਦਾ ਰਾਈਟ ਆंसर। ਓਕੇ ਜੀ। ਠੀਕ ਹੈ। ਭਾਰਤੀ ਪ੍ਰਸਤਾਵਨਾ ਵਿੱਚ ਮੂਲ ਰੂਪ ਵਿੱਚ ਸ਼ਾਮਿਲ ਸੀ ਪ੍ਰਭੂ ਸੱਤਾ ਸੰਪੰਨ, ਲੋਕਤੰਤਰੀ ਰਾਜ ਤੇ ਗਣਰਾਜ। ਇਹ ਉਪਰੋਕਤ ਸਾਰੇ ਜਿਹੜੇ ਸ਼ਬਦ ਆ, ਇਹ ਕੀ ਆ? ਪ੍ਰਸਤਾਵਨਾ ਵਿੱਚ ਮੂਲ ਰੂਪ ਵਿੱਚ ਸ਼ਾਮਿਲ ਸਨ। ਹਾਂਜੀ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸੋਧ ਕਦੋਂ ਕੀਤੀ ਗਈ? ਇੱਕ ਵਾਰ ਜੋ ਇਹਦੇ ਵਿੱਚ ਸੰਸ਼ੋਧਨ ਹੋਇਆ ਸੀਗਾ, 42ਵਾਂ ਸੰਵਿਧਾਨ ਸੰਸ਼ੋਧਨ, ਜਿਹਨੂੰ ਮਿੰਨੀ ਸੰਵਿਧਾਨ ਜਾਂ ਲਘੂ ਸੰਵਿਧਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। 1976 ਭਾਰਤ ਦੇ ਸੰਵਿਧਾਨ ਵਿੱਚ ਉਸ ਸਮੇਂ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਐਡ ਕੀਤੀਆਂ ਗਈਆਂ ਸੀਗੀਆਂ। ਤਾਂ ਇਹ ਕਦੋਂ ਹੋਇਆ ਸੀ? 42ਵਾਂ ਸੰਵਿਧਾਨ ਸੰਸ਼ੋਧਨ 1976 ਦੇ ਵਿੱਚ। ਠੀਕ ਹੈ ਜੀ। ਤੇ ਲਾਗੂ ਕਦੋਂ? 1970 ਦੇ। ਠੀਕ ਹੈ ਜੀ। ਨੈਕਸਟ ਕੁਐਸਚਨ ਵੱਲ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕਿਹੜੀ ਸੋਧ ਕੀਤੀ ਗਈ ਸੀ? ਆ ਹੁਣੇ ਦੱਸਿਆ ਜੀ, 42ਵੀਂ ਸੋਧ ਹੋਈ ਸੀਗੀ। ਠੀਕ ਹੈ ਜੀ। ਕਦੋਂ ਹੋਈ ਸੀਗੀ? 1970 ਦੇ ਵਿੱਚ ਹੋਈ ਸੀਗੀ। 3 ਸ਼ਬਦ ਜੋੜੇ ਸੀ। ਠੀਕ ਹੈ ਜੀ। ਕਿੰਨੇ ਸ਼ਬਦ ਜੋੜੇ ਸੀਗੇ? 3 ਸ਼ਬਦ।
ਭਾਰਤ ਨੇ ਇੱਕ ਹੀਰੀ ਨਾਗਰਿਕਤਾ ਦੇ ਸਿਧਾਂਤ ਦਾ ਸੰਕਲਪ ਕਿਸ ਦੇਸ਼ ਤੋਂ ਲਿਆ ਹੈ? ਇੱਕ ਹੀਰੀ ਨਾਗਰਿਕਤਾ ਕਿੱਥੋਂ ਗ੍ਰਹਿਣ ਕੀਤੀ ਹੈ? ਇੰਗਲੈਂਡ। ਠੀਕ ਹੈ ਜੀ। ਫਰਾਂਸ, ਰੂਸ, ਅਮਰੀਕਾ ਜਿਹਦੇ ਵਿੱਚ ਦੋਹਰੀ ਨਾਗਰਿਕਤਾ ਹੈ। ਠੀਕ ਹੈ ਜੀ। ਫਰਾਂਸ ਦੀ ਆਪਾਂ ਗੱਲ ਕਰ ਲਈ, ਰੂਸ ਮੌਲਿਕ ਕਰਤੱਵ ਆਪਾਂ ਪੜ੍ਹ ਚੁੱਕੇ ਹਾਂ ਇਹਨਾਂ ਬਾਰੇ। ਦੋਹਰੀ ਨਾਗਰਿਕਤਾ ਵਾਲਾ ਦੇਸ਼ ਚੁਣੋ। ਵੈਰੀ ਸਿੰਪਲ, ਅਮਰੀਕਾ, ਕਿਉਂਕਿ ਇੰਗਲੈਂਡ ਤੇ ਭਾਰਤ ਵਿੱਚ ਕੀ ਹੈ? ਇੱਕ ਹੀਰੀ ਨਾਗਰਿਕ। ਠੀਕ ਹੈ ਜੀ। ਹਾਂਜੀ। 1976 ਵਿੱਚ 42ਵੀਂ ਸੰਵਿਧਾਨਿਕ ਸੋਧ ਰਾਹੀਂ ਕਿਹੜੇ ਕਿਹੜੇ ਸ਼ਬਦ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਨਵੇਂ ਸ਼ਾਮਿਲ ਕੀਤੇ ਗਏ ਸੀ? ਮੈਂ ਕਿੰਨੇ ਸ਼ਬਦ ਦੱਸੇ ਹੈ? 3 ਸ਼ਬਦ। ਧਰਮ ਨਿਰਪੇਖਤਾ, ਠੀਕ ਹੈ ਜੀ, ਸਮਾਜਵਾਦ, ਇਹ ਕੀ ਹੋ ਗਿਆ? ਤੀਜਾ ਅਖੰਡਤਾ मतलब राष्ट्रीय एकता। ये 3 शब्द 42वां संविधान संशोधन 1976 ਦੇ ਦੁਆਰਾ ਜੋੜੇ ਗਏ ਆ। ਪ੍ਰਸਤਾਵਨਾ ਵਿੱਚ ਇੱਕ ਵਾਰ ਸੰਸ਼ੋਧਨ ਹੋਇਆ। ਕਦੋਂ ਹੋਇਆ? 1976 ਵਿੱਚ। ਠੀਕ ਹੈ ਜੀ। ਇਹਦੇ ਨਾਲ ਹੀ ਆਪਾਂ ਗੱਲ ਕਰੀਏ ਕਿ ਜੋ ਪ੍ਰਸਤਾਵਨਾ ਸੰਵਿਧਾਨ ਦਾ ਭਾਗ ਨਹੀਂ ਹੈ, ਇਹ ਗੱਲਾਂ ਆਪਾਂ ਪੜ੍ਹਦੇ ਹਾਂ ਕਿ 1960 ਬੇਰੁਬਾਰੀਵਾਦ ਹੈ ਜੋ ਪਾਕਿਸਤਾਨ ਦੇ ਵਿੱਚ ਇੱਕ ਜਗ੍ਹਾ ਹੈ ਜੋ ਭਾਰਤ ਦਾ ਹਿੱਸਾ ਸੀਗੀ, ਉਹਦੇ ਵਿੱਚ ਕਿਹਾ ਗਿਆ ਸੀਗਾ ਕਿ ਪ੍ਰਸਤਾਵਨਾ ਸੰਵਿਧਾਨ ਦਾ ਭਾਗ ਨਹੀਂ ਹੈ। ਲੇਕਿਨ ਇਹਦਾ ਯੂ ਟਰਨ 13 ਸਾਲਾਂ ਬਾਅਦ ਕੇਸ਼ਵਾਨੰਦ ਭਾਰਤੀय ਕੇਸ 1973, ਇਹਦੇ ਬਾਰੇ ਕਦੇ ਆਪਾਂ ਪੂਰੇ ਡਿਟੇਲ ਦੇ ਵਿੱਚ ਗੱਲ ਕਰਾਂਗੇ। 13 ਜੱਜਾਂ ਦੀ ਪੀਠ ਬੈਠੀ ਸੀਗੀ, ਬੈਂਚ 13 ਜੱਜਾਂ ਦੀ, ਪਹਿਲੀ ਵਾਰ ਭਾਰਤ ਦੇ ਸੰਵਿਧਾਨ ਵਿੱਚ, ਤੇ 7-6 ਨਾਲ ਫੈਸਲਾ ਆਇਆ ਸੀਗਾ ਕਿਹੜਾ? ਕੇਸ਼ਵਾਨੰਦ ਭਾਰਤੀय ਕੇਸ ਦੇ ਵਿੱਚ। ਉਦੋਂ ਕਿਹਾ ਗਿਆ ਕਿ ਸੰਵਿਧਾਨ ਜੋ ਪ੍ਰਸਤਾਵਨਾ ਉਹ ਕੀ ਹੈ? ਸੰਵਿਧਾਨ ਦਾ ਹੀ ਭਾਗ ਹੈ। ਜਿਵੇਂ ਸੰਵਿਧਾਨ ਦੇ ਬਾਕੀ ਭਾਗਾਂ ਵਿੱਚ ਸੰਸ਼ੋਧਨ ਹੋ ਸਕਦਾ ਹੈ, ਉਸੇ ਤਰ੍ਹਾਂ ਹੀ ਪ੍ਰਸਤਾਵਨਾ ਵਿੱਚ ਸੰਸ਼ੋਧਨ ਹੋ ਸਕਦਾ ਹੈ, ਲੇਕਿਨ ਬੇਸਿਕ ਸਟਰਕਚਰ ਨੂੰ ਧਿਆਨ ਵਿੱਚ ਰੱਖ ਕੇ। ਠੀਕ ਹੈ ਜੀ। ਮੂਲਭੂਤ ਢਾਂਚੇ ਨੂੰ ਧਿਆਨ ਵਿੱਚ ਰੱਖ ਕੇ ਇਹਦੇ ਵਿੱਚ ਸੰਸ਼ੋਧਨ ਕੀਤਾ ਜਾ ਸਕਦਾ ਹੈ। ਠੀਕ ਹੈ ਜੀ। ਤੁਸੀਂ ਇੰਨੀ ਦੇਰ ਸੁਣਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਆਪਣੇ ਅੱਜ ਦੇ 26 ਪੋਲਿਟੀ ਦੇ ਕੁਐਸਚਨ ਸਨ। ਠੀਕ ਹੈ ਜੀ। ਜੇ ਕਿਤੇ ਕੋਈ ਮਿਸਟੇਕ ਹੋਈ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਕੁਐਸਚਨ ਕਿਵੇਂ ਲੱਗੇ ਜ਼ਰੂਰ ਦੱਸਿਓ। ਧੰਨਵਾਦ।